ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਕੀ ਹਾਲ ਚਾਲ ਨੇ ਸਾਰਿਆਂ ਦੇ? ਅਸੀਂ ਹੋਪ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋ ਤੇ ਚੜ੍ਹਦੀ ਕਲਾ 'ਚ ਹੋ। ਅੱਜ ਅਸੀਂ ਜਿਹੜਾ ਟੌਪਿਕ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਜੀ ਡਰਾਈਵਿੰਗ ਇਨ ਕੈਨੇਡਾ। ਮਤਲਬ ਕਿ ਇੱਥੇ ਕਾਰ ਕਿੰਨੀ ਕੁ ਇੰਪੋਰਟੈਂਟ ਹੈ ਬੰਦੇ ਲਈ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਡਿਸਕਸ ਕਰਨਾ ਚਾਹਾਂਗੇ ਕਿ ਕੈਨੇਡਾ ਦੇ ਵਿੱਚ ਕਾਰ ਇੱਕ ਬਹੁਤ ਹੀ ਇੰਪੋਰਟੈਂਟ ਸੋਰਸ ਆਫ ਕਮਿਊਟ ਹੈ ਜੀ। ਜੇ ਤੁਹਾਡੇ ਕੋਲ ਕਾਰ ਹੈ ਤਾਂ ਤੁਸੀਂ ਆਪਣੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਤਲਬ ਆਪਣੀ ਡੈਸਟੀਨੇਸ਼ਨ ਤੇ ਬਹੁਤ ਹੀ ਜਲਦੀ ਪਹੁੰਚ ਸਕਦੇ ਹੋ ਤੇ ਇਹਦੇ ਨਾਲ ਤੁਹਾਡੀ ਲਾਈਫ ਕਾਫੀ ਜ਼ਿਆਦਾ ਕਨਵੀਨੀਅੰਟ ਹੋ ਜਾਂਦੀ ਹੈ ਇੱਥੇ ਕੈਨੇਡਾ ਦੇ ਵਿੱਚ। ਤੇ ਉਹ ਤੋਂ ਬਾਅਦ ਜਿਹੜਾ ਦੂਜਾ ਸਭ ਤੋਂ ਬੜਾ ਬੈਨੀਫਿਟ ਹੈ ਉਹ ਹੈ ਕਿ ਤੁਸੀਂ ਜੇ ਤੁਹਾਡੇ ਕੋਲ ਸਪੈਸ਼ਲੀ ਜੀ ਲਾਇਸੈਂਸ ਹੈ ਤਾਂ ਤੁਸੀਂ ਇੱਥੇ ਫੁੱਲ ਟਾਈਮ ਡਿਲੀਵਰੀ ਜੌਬ ਕਰ ਸਕਦੇ ਹੋ, ਜਿਵੇਂ ਕਿ ਐਮਾਜ਼ੋਨ ਹੋ ਗਿਆ, ਫੈਡੈਕਸ ਹੋ ਗਿਆ, ਜਾਂ ਤੁਸੀਂ ਰਾਈਡ ਸ਼ੇਅਰਿੰਗ ਕਰ ਸਕਦੇ ਹੋ ਜਿਸ ਦੇ ਵਿੱਚ ਊਬਰ, ਲਿਫਟ ਆ ਜਾਂਦੀ ਆ, ਜਾਂ ਫਾਈਨਲੀ ਤੁਸੀਂ ਫੂਡ ਡਿਲੀਵਰੀ ਦਾ ਕੰਮ ਕਰ ਸਕਦੇ ਹੋ ਜਿਹਦੇ ਵਿੱਚ ਆਪਣਾ ਊਬਰ ਈਟਸ ਜਾਂ ਸਕਿਪ ਤੇ ਡਿਸ਼ਿਜ਼ ਆ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਅਫੋਰਡੇਬਿਲਟੀ ਦੀ। ਸਭ ਤੋਂ ਬੜਾ ਕੁਐਸਚਨ ਆਪਣੇ ਮਨ ਵਿੱਚ ਕੀ ਹੁੰਦਾ ਕਿ ਆਪਾਂ ਕਾਰ ਅਫੋਰਡ ਕਰ ਸਕਦੇ ਕਿ ਇੱਥੇ, ਤੇ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹਾਂਗੇ ਜੀ ਤੁਹਾਡੇ ਨਾਲ। ਜੇ ਤੁਸੀਂ ਥੋੜਾ ਜਿਹਾ ਐਕਸਟਰਾ ਐਫਰਟ ਕਰੋ, ਊਬਰ ਈਟਸ, ਸਕਿਪ ਦੇ ਡਿਸ਼ਿਜ਼ ਜਾਂ ਊਬਰ ਜਾਂ ਲਿਫਟ ਚਲਾਓ ਤਾਂ ਤੁਹਾਡੀ ਕਾਰ ਦਾ ਖਰਚਾ ਕਾਰ ਆਪੇ ਹੀ ਮੈਨੇਜ ਕਰ ਲੈਂਦੀ ਆ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਕੈਨੇਡਾ ਦੇ ਵਿੱਚ ਡਰਾਈਵਿੰਗ ਲਾਇਸੈਂਸ ਕਿੰਨੇ ਤਰ੍ਹਾਂ ਦੇ ਹੁੰਦੇ ਆ। ਜੋ ਅਸੀਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਓਨਟਾਰੀਓ ਦੇ ਨਾਲ ਰਿਲੇਟਡ ਹੋਊਗੀ। ਸੋ ਓਨਟਾਰੀਓ ਦੇ ਵਿੱਚ ਡਰਾਈਵਿੰਗ ਲਾਇਸੈਂਸ 3 ਤਰ੍ਹਾਂ ਦੇ ਹੁੰਦੇ ਨੇ ਜੀ, G1, G2 ਤੇ G। ਹੁਣ ਇਹਨਾਂ ਦੀ ਆਪਾਂ ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਵਾ। ਜਿਹੜਾ ਹੁੰਦਾ G1 ਉਹ ਤੁਹਾਨੂੰ ਇੱਕ ਰਿਟਨ ਐਗਜ਼ਾਮੀਨੇਸ਼ਨ ਦੇਣ ਤੋਂ ਬਾਅਦ ਮਿਲਦਾ। ਉਸ ਦੇ ਵਿੱਚ 40 ਕੁਐਸਚਨਸ ਆਉਂਦੇ ਨੇ ਜਿਨ੍ਹਾਂ ਵਿੱਚੋਂ 20 ਹੁੰਦੇ ਨੌਲੇਜ ਬੇਸਡ, ਜਿਵੇਂ ਕਿ ਰੂਲਸ ਐਂਡ ਰੈਗੂਲੇਸ਼ਨਸ ਕੀ ਨੇ, ਤੇ 20 ਜੇ ਕੁਐਸਚਨਸ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਜੀ ਸਾਈਨ ਬੇਸਡ, ਮਤਲਬ ਕਿ ਕਿਹੜੇ ਸਾਈਨ ਦਾ ਕੀ ਮਤਲਬ ਹੈ। ਤੇ ਆਪਾਂ ਨੂੰ ਇਹਨਾਂ ਦੋਨਾਂ ਮੌਜੂਲਸ ਦੇ ਵਿੱਚੋਂ 16 ਇਨ ਈਚ ਪਾਸ ਕਰਨਾ ਜ਼ਰੂਰੀ ਆ। ਤੇ ਦੂਜਾ ਹੁੰਦਾ ਜੀ G2। ਜਦੋਂ ਤੁਸੀਂ G1 ਤੋਂ ਬਾਅਦ ਤੁਸੀਂ G2 ਦੇ ਸਕਦੇ ਹੋ। ਜਦ ਤੁਹਾਨੂੰ G2 ਲਾਇਸੈਂਸ ਮਿਲ ਜਾਂਦਾ ਤਾਂ ਤੁਸੀਂ ਸਿਟੀ ਦੇ ਵਿੱਚ ਕਾਰ ਡਰਾਈਵ ਕਰ ਸਕਦੇ ਹੋ। ਤੇ ਤੀਜਾ ਹੁੰਦਾ ਜੀ G। ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈ ਤੇ ਤੁਹਾਨੂੰ 12 ਮਹੀਨੇ G2 ਲਾਇਸੈਂਸ ਦਾ ਐਕਸਪੀਰੀਅੰਸ ਲੈ ਕੇ ਤੁਸੀਂ G ਲਈ ਐਲੀਜੀਬਲ ਹੋ ਜਾਂਦੇ ਹੋ। ਤੇ G ਦੇ ਨਾਲ ਤੁਸੀਂ ਆਪਣਾ ਹਾਈਵੇਜ਼ ਤੇ ਕਾਰ ਚਲਾ ਸਕਦੇ ਹੋ ਆਪਣੇ ਆਪ। ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਜੀ, ਜੇ ਤੁਹਾਡੇ ਕੋਲ ਇੰਡੀਆ ਤੋਂ ਐਟਲੀਸਟ 2 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਇੱਥੇ ਸਿੱਧਾ ਆ ਕੇ G1 ਤੋਂ G ਦੇ ਸਕਦੇ ਹੋ। ਤੁਹਾਨੂੰ ਸਿਰਫ ਇੱਕ ਚਾਂਸ ਮਿਲਦਾ ਹੈ G1 ਤੋਂ G ਦੇਣ ਦਾ। ਜੇ ਤੁਸੀਂ ਉਹ ਪਹਿਲੇ ਚਾਂਸ ਦੇ ਵਿੱਚ ਕਲੀਅਰ ਕਰ ਲੈਂਦੇ ਹੋ ਤਾਂ ਤੁਸੀਂ ਸਿੱਧਾ G ਲਾਇਸੈਂਸ ਲੈ ਲੈਂਦੇ ਹੋ, ਤੇ ਨਹੀਂ ਤਾਂ ਤੁਹਾਨੂੰ G2 ਦੇਣਾ ਪੈਂਦਾ। ਉਸ ਤੋਂ ਬਾਅਦ ਤੁਸੀਂ G ਦੇ ਸਕਦੇ ਹੋ। ਤੇ ਜਿਹੜੀ ਗੱਲ ਹੈ ਜੀ, ਜੇ ਤੁਹਾਡੇ ਕੋਲ ਇੰਡੀਆ ਦਾ ਐਟਲੀਸਟ 2 ਸਾਲ ਦਾ ਐਕਸਪੀਰੀਅੰਸ ਹੈ ਤਾਂ ਆਪਾਂ ਨੂੰ ਇੱਕ DTO ਤੋਂ ਡਰਾਈਵਿੰਗ ਲਾਇਸੈਂਸ ਐਕਸਟਰੈਕਟ ਜਾਂ ਐਬਸਟਰੈਕਟ ਕਹਿ ਦਿੰਦੇ ਆ, ਉਹ ਬਣਵਾ ਕੇ ਲੈ ਕੇ ਆਉਣਾ ਪੈਂਦਾ। ਤੇ ਉਹਦੀ ਜਿਹੜੀ ਵੈਲਿਡਿਟੀ ਹੁੰਦੀ ਹੈ, ਜਿਸ ਦੀ ਉਹ ਇਸ਼ੂ ਹੋਇਆ ਹੁੰਦਾ, ਉਸ ਤੋਂ 6 ਮੰਥਸ ਜਿਹੜੀ ਵੈਲਿਡਿਟੀ ਹੁੰਦੀ ਆ। ਤੇ ਤੁਸੀਂ ਪਲੀਜ਼ ਜੇ ਉਹ ਆਪਣਾ ਐਕਸਪੀਰੀਅੰਸ ਲੈ ਕੇ ਆ ਰਹੇ ਹੋ ਤਾਂ ਤੁਸੀਂ ਇੱਥੇ ਆ ਕੇ ਪਲੀਜ਼ ਜਲਦੀ ਤੋਂ ਜਲਦੀ ਉਹਨੂੰ MTO ਦੇ ਵਿੱਚ ਸਬਮਿਟ ਕਰ ਦਿਓ। ਮੇਰੇ ਤੋਂ ਇਹ ਗਲਤੀ ਹੋਈ ਸੀ, ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ। ਸੋ ਮੈਂ ਚਾਹੁੰਦਾ ਕਿ ਜਿਹੜੀ ਗਲਤੀ ਮੇਰੇ ਤੋਂ ਹੋਈ ਆ ਉਹ ਕਿਸੇ ਹੋਰ ਤੋਂ ਨਾ ਹੋਵੇ, ਸਾਡੇ ਵੀਰ ਤੇ ਭੈਣ ਤੋਂ। ਹਾਂਜੀ, ਤੇ ਜਦੋਂ ਵੀ ਤੁਸੀਂ ਕੋਈ ਵੀ ਕਾਰ ਚਲਾਉਣ ਲੱਗਦੇ ਹੋ ਜੀ ਤਾਂ ਤੁਹਾਨੂੰ ਸਾਰੇ ਕੰਟਰੋਲਸ ਬਾਰੇ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਿਹੜਾ ਕੰਟਰੋਲ ਆ। ਕੈਨੇਡਾ ਦੇ ਵਿੱਚ ਉਹ ਹੈਗੀ ਜੀ ਰਾਈਟ ਹੈਂਡ ਡਰਾਈਵ, ਤੇ ਜਿਹੜਾ ਸਟੀਅਰਿੰਗ ਵੀਲ ਹੁੰਦਾ ਉਹ ਲੈਫਟ ਹੈਂਡ ਸਾਈਡ ਹੁੰਦਾ, ਆਪੋਜ਼ਿਟ ਹੁੰਦਾ ਐਜ਼ ਕੰਪੇਅਰ ਟੂ ਇੰਡੀਆ। ਤੇ ਨਾਲ ਦੀ ਨਾਲ ਇਸੇ ਰੀਜ਼ਨ ਕਰਕੇ ਜਿਹੜੇ ਇਹਦੇ ਟਰਨ ਸਿਗਨਲਸ ਨੇ, ਜਿਵੇਂ ਲੈਫਟ ਟਰਨ, ਰਾਈਟ ਟਰਨ, ਉਹ ਹੈਗੇ ਜੀ ਇਸ ਦੇ ਸਟੀਅਰਿੰਗ ਵੀਲ ਦੇ ਲੈਫਟ ਹੈਂਡ ਸਾਈਡ ਤੇ ਜਿਹੜਾ ਵਾਈਪਰ ਸਿਸਟਮ ਹੁੰਦਾ ਉਹ ਹੁੰਦਾ ਵਾ ਰਾਈਟ ਹੈਂਡ ਸਾਈਡ। ਇੱਥੇ ਜਿਹੜੀਆਂ ਮੋਸਟਲੀ ਕਾਰਸ ਹੁੰਦੀਆਂ ਨੇ ਉਹ ਆਟੋਮੈਟਿਕ ਹੁੰਦੀਆਂ ਨੇ ਜੀ। ਉਹਦੇ ਵਿੱਚ 2 ਪੈਡਲਸ ਹੁੰਦੇ ਨੇ, ਰਾਈਟ ਹੈਂਡ ਸਾਈਡ ਵਾਲਾ ਰੇਸ ਲਈ ਹੁੰਦਾ ਤੇ ਲੈਫਟ ਹੈਂਡ ਸਾਈਡ ਵਾਲਾ ਬ੍ਰੇਕ ਲਈ ਹੁੰਦਾ। ਤੇ ਤੁਸੀਂ ਟੈਸਟ ਦੇ ਵਿੱਚ ਟਰਾਈ ਕਰੋ ਕਿ ਕੰਫਰਟੇਬਲ ਸ਼ੂਜ਼ ਪਾਓ ਤੇ ਡਰੈਸ ਵੀ ਕੰਫਰਟੇਬਲ ਪਾ ਕੇ ਜਾਓ, ਜਿਸ ਨਾਲ ਤੁਹਾਨੂੰ ਕੌਨਫੀਡੈਂਸ ਮਿਲੇ। ਹਾਂਜੀ, ਤੇ ਹੁਣ ਆਪਾਂ ਕਾਰ ਸਟਾਰਟ ਕਰਨੀ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਕਾਰ ਸਟਾਰਟ ਕਰੋ, ਪੁਸ਼ ਬਟਨ ਇਸ ਨੂੰ ਪ੍ਰੈਸ ਕਰੋ। ਕਈਆਂ 'ਚ ਤੁਹਾਨੂੰ ਕੀ ਇੰਸਰਟ ਕਰਕੇ ਉਸ ਨੂੰ ਰੋਟੇਟ ਕਰਨਾ ਪੈਂਦਾ। ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਮਿਰਰਸ ਚੈੱਕ ਕਰੋ, ਲੈਫਟ ਸਾਈਡ ਮਿਰਰ, ਰਾਈਟ ਸਾਈਡ ਮਿਰਰ, ਰੀਅਰ ਵਿਊ ਮਿਰਰ, ਤੇ ਮੇਕ ਸ਼ੋਰ ਕਰੋ ਕਿ ਕੁਝ ਵੀ ਆ ਨਹੀਂ ਰਿਹਾ। ਤੇ ਸਭ ਤੋਂ ਇੰਪੋਰਟੈਂਟ ਤੁਸੀਂ ਸੇਫਟੀ ਬੈਲਟ ਜ਼ਰੂਰ ਲਗਾਓ। ਉਸ ਤੋਂ ਬਾਅਦ ਤੁਸੀਂ ਕਾਰ ਨੂੰ ਡਰਾਈਵ ਮੋਡ ਵਿੱਚ ਪਾ ਲਓ। ਫਿਰ ਆਪਾਂ ਨੇ ਮਿਰਰ ਚੈੱਕ ਕਰਨਾ, ਸਿਗਨਲ ਦੇਣਾ, ਓਵਰ ਦੀ ਸ਼ੋਲਡਰ ਚੈੱਕ ਕਰਨਾ, ਤੇ ਜੇ ਕਲੀਅਰ ਆ ਤਾਂ ਕਾਰ ਚਲਾਉਣੀ ਸਟਾਰਟ ਕਰ ਸਕਦੇ ਹੋ। ਹੁਣ ਤੁਹਾਨੂੰ ਪਹਿਲਾਂ ਦੱਸਦੇ ਹਾਂ ਸਟਾਪ ਸਾਈਨ। ਇਹ ਸਟਾਪ ਸਾਈਨ ਹੈਗਾ 2 ਵੇ ਸਟਾਪ ਸਾਈਨ। 2 ਵੇ ਸਟਾਪ ਸਾਈਨ ਦਾ ਮਤਲਬ ਕਿ ਇੱਕ ਸਟਾਪ ਸਾਈਨ ਇੱਥੇ ਆ ਤੇ ਇੱਕ ਸਟਾਪ ਸਾਈਨ ਸਾਹਮਣੇ ਹੈ। ਹੁਣ ਜਿਹੜਾ ਵੀ ਟ੍ਰੈਫਿਕ ਇਸ ਡਾਇਰੈਕਸ਼ਨ 'ਚੋਂ ਜਾਂ ਸਾਹਮਣੇੋਂ ਡਾਇਰੈਕਸ਼ਨ 'ਚੋਂ ਆਊਗਾ ਉਸਨੇ ਹੀ ਰੁਕਣਾ ਹੈ। ਜਿਹੜਾ ਟ੍ਰੈਫਿਕ ਰਾਈਟ ਟੂ ਲੈਫਟ ਜਾਂ ਲੈਫਟ ਟੂ ਰਾਈਟ ਜਾ ਰਿਹਾ ਉਸ ਟ੍ਰੈਫਿਕ ਨੇ ਨਹੀਂ ਰੁਕਣਾ। ਜਦੋਂ ਵੀ ਤੁਸੀਂ ਸਟਾਪ ਸਾਈਨ ਤੇ ਆਉਣਾ, ਪਹਿਲਾਂ ਸਿਗਨਲ ਦਿਓ,
ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ ਤੇ ਤੁਸੀਂ ਸਟਾਪ ਸਾਈਨ ਤੇ 3 ਸੈਕਿੰਡ ਲਈ ਰੁਕਣਾ। 1 2 3 ਤੇ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਜਦੋਂ ਵੀ ਸੇਫ ਹੈ ਤਾਂ ਤੁਸੀਂ ਕਾਰ ਡਰਾਈਵ ਕਰ ਸਕਦੇ ਹੋ। ਹੁਣ ਇਹ ਹੈ ਜੀ ਆਲਵੇਜ਼ ਸਟਾਪ ਸਾਈਨ। ਇੱਥੇ ਤੁਸੀਂ ਦੇਖ ਸਕਦੇ ਹੋ ਸਟਾਪ ਸਾਈਨ ਥੱਲੇ ਆਲਵੇਜ਼ ਸਟਾਪ ਸਾਈਨ ਆ। ਹੁਣ ਜੇ ਇੱਥੇ ਸਾਰੇ ਡਾਇਰੈਕਸ਼ਨਸ ਵਿੱਚ ਟ੍ਰੈਫਿਕ ਰੁਕੂਗਾ ਤੇ ਜਿਹੜੀ ਕਾਰ ਸਭ ਤੋਂ ਪਹਿਲਾਂ ਰੁਕੂਗੀ ਰਾਈਟ ਆਫ ਵੇ ਉਸਦਾ ਹੈ, ਉਸਨੇ ਸਭ ਤੋਂ ਪਹਿਲਾਂ ਸਟਾਰਟ ਕਰਨਾ। ਸ਼ੁਰੂ ਕਰੋ ਕਿ ਡਰਾਈਵਿੰਗ ਟੈਸਟ ਦੇ ਵਿੱਚ ਦੋਨੋਂ ਹੱਥ ਸਟੀਅਰਿੰਗ ਵੀਲ ਤੇ ਰੱਖ ਕੇ ਕਾਰ ਡਰਾਈਵ ਕਰੋ। ਇਸ ਨਾਲ ਇੰਸਟ੍ਰਕਟਰ ਨੂੰ ਕੌਨਫੀਡੈਂਸ ਫੀਲ ਹੁੰਦਾ ਕਿ ਤੁਸੀਂ ਅਟੈਂਟਿਵਲੀ ਹੋ ਕੇ ਕਾਰ ਡਰਾਈਵ ਕਰ ਰਹੇ ਹੋ। ਹੁਣ ਤੁਸੀਂ ਇਮੈਜਿਨ ਕਰੋ ਕਿ ਇੰਸਟ੍ਰਕਟਰ ਨੇ ਆਪਾਂ ਨੂੰ ਕਿਹਾ ਕਿ ਇਸ ਟ੍ਰੈਫਿਕ ਸਿਗਨਲ ਤੋਂ ਆਪਾਂ ਨੇ ਰਾਈਟ ਲੈਣਾ ਤੇ ਪਹਿਲਾਂ ਤਾਂ ਆਪਾਂ ਸਿਗਨਲ ਔਨ ਕਰਨਾ, ਮਿਰਰ ਚੈੱਕ ਕਰਨਾ, ਓਵਰ ਦੀ ਸ਼ੋਲਡਰ ਚੈੱਕ ਕਰਨਾ। ਤੁਸੀਂ ਰੈੱਡ ਲਾਈਟ ਦੇ ਵਿੱਚ ਰਾਈਟ ਟਰਨ ਲੈ ਸਕਦੇ ਹੋ, ਬਟ ਤੁਹਾਨੂੰ ਮੇਕ ਸ਼ੋਰ ਕਰਨਾ ਕਿ ਪੈਡੈਸਟਰੀਅਨ ਨਾ ਆ ਰਿਹਾ ਹੋਵੇ ਤੇ ਤੁਸੀਂ ਇੱਥੇ ਸਟਾਪ ਲੈ ਕੇ ਹੀ 3 ਸੈਕਿੰਡ ਲਈ ਕਾਰ ਡਰਾਈਵ ਕਰ ਸਕਦੇ ਹੋ। ਹੁਣ ਇਮੈਜਿਨ ਕਰੋ ਆਪਾਂ ਨੂੰ ਇੰਸਟ੍ਰਕਟਰ ਨੇ ਕਿਹਾ ਕਿ ਤੁਸੀਂ ਲੈਫਟ ਲੇਨ ਦੇ ਵਿੱਚ ਸ਼ਿਫਟ ਹੋਣਾ ਜਾਂ ਲੈਫਟ ਲੇਨ ਚੇਂਜ ਕਰਨੀ ਹੈ, ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣਾ ਸਿਗਨਲ ਔਨ ਕਰੋ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ ਕਿ ਕੋਈ ਕਾਰ ਤਾਂ ਨਹੀਂ ਆ ਰਹੀ ਤੇ ਨਾਲ ਹੀ ਆਪਾਂ ਲੈਫਟ ਲੇਨ ਦੇ ਵਿੱਚ ਸ਼ਿਫਟ ਹੋ ਸਕਦੇ ਹਾਂ। ਹੁਣ ਇਹ ਜਿਹੜਾ ਹੈਗਾ ਡੈਡੀਕੇਟਿਡ ਲੈਫਟ ਟਰਨ ਸਿਗਨਲ ਹੈ। ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇੱਥੇ ਡੈਡੀਕੇਟਿਡ ਲਿਖਿਆ ਹੋਇਆ ਕਿ ਲੈਫਟ ਟਰਨ ਸਿਗਨਲ, ਤੇ ਜਦੋਂ ਗ੍ਰੀਨ ਲਾਈਟ ਹੋਣੀ ਹੈ ਲੈਫਟ ਟਰਨ ਲੈਣ ਲਈ ਆਪਾਂ ਉਸੇ ਟਾਈਮ ਇੱਥੇ ਲੈਫਟ ਟਰਨ ਲੈ ਸਕਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਲੈਫਟ ਟਰਨ ਸਿਗਨਲ ਹੋ ਗਿਆ ਹੈ ਤੇ ਆਪਾਂ ਹੁਣ ਇੱਥੋਂ ਲੈਫਟ ਟਰਨ ਲੈ ਲੈਣਾ ਹੈ। ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਤੁਸੀਂ ਲੇਨ ਦੇ ਵਿੱਚ ਲੈਫਟ ਟਰਨ ਲੈ ਰਹੇ ਹੋ ਉਸੇ ਲੇਨ ਦੇ ਵਿੱਚ ਰਹਿਣਾ ਹੈ ਲੈਫਟ ਟਰਨ ਲੈਂਦੇ ਹੋਏ। ਤੇ ਜਦੋਂ ਤੁਸੀਂ ਸੇਫ ਫੀਲ ਕਰਦੇ ਹੋ ਤਾਂ ਤੁਸੀਂ ਪਹਿਲਾਂ ਇੰਡੀਕੇਟਰ ਲਗਾਓ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ ਤੇ ਜਦੋਂ ਸੇਫ ਲੱਗੇ ਤੁਹਾਨੂੰ ਤਾਂ ਤੁਸੀਂ ਰਾਈਟ ਲੇਨ ਦੇ ਵਿੱਚ ਮਰਜ ਹੋ ਜਾਣਾ ਹੈ ਜੀ। ਹੁਣ ਜਿਵੇਂ ਕਿ ਸਾਹਮਣੇ ਰੈੱਡ ਲਾਈਟ ਹੋਈ ਹੀ ਆਈ, ਚਲੋ ਗ੍ਰੀਨ ਹੋ ਗਈ, ਹੁਣ ਤਾਂ ਆਪਾਂ ਨਿਕਲ ਸਕਦੇ ਹਾਂ। ਤੇ ਤੁਸੀਂ ਮੇਕ ਸ਼ੋਰ ਕਰਨਾ ਕਿ ਕੋਈ ਵੀ ਪੈਡੈਸਟਰੀਅਨ ਨਾ ਆ ਰਿਹਾ ਹੋਵੇ, ਕਿਉਂਕਿ ਇੱਥੇ ਜਿਹੜਾ ਫਰਸਟ ਰਾਈਟ ਆਫ ਵੇ ਹੈ ਉਹ ਪੈਡੈਸਟਰੀਅਨ ਦਾ ਹੈ ਜੀ। ਜੇ ਤੁਸੀਂ ਪੈਡੈਸਟਰੀਅਨ ਦੇ ਅੱਗੇ ਉਹ ਕਾਰ ਡਰਾਈਵ ਕਰਦੇ ਹੋ ਤਾਂ ਤੁਹਾਨੂੰ ਇੰਸਟ੍ਰਕਟਰ ਫੇਲ ਕਰ ਸਕਦਾ ਹੈ। ਮੰਨ ਲਓ ਇੰਸਟ੍ਰਕਟਰ ਨੇ ਆਪਾਂ ਨੂੰ ਕਿਹਾ ਕਿ ਆਪਾਂ ਸਾਹਮਣੇ ਰਾਈਟ ਟਰਨ ਲੈਣਾ ਹੈ, ਤਾਂ ਪਹਿਲਾਂ ਆਪਾਂ ਸਿਗਨਲ ਔਨ ਕਰੀਏ, ਮਿਰਰ ਚੈੱਕ ਕਰੀਏ, ਓਵਰ ਦੀ ਸ਼ੋਲਡਰ ਚੈੱਕ ਕਰੀਏ ਤੇ ਆ ਤੁਸੀਂ ਟ੍ਰਾਇੰਗਲ ਦੇਖ ਸਕਦੇ ਹੋ, ਇਹ ਹੈ ਜੀ ਯੀਲਡ ਸਾਈਨ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਸਾਹਮਣੇ ਟ੍ਰੈਫਿਕ ਆ ਰਿਹਾ ਰਾਈਟ ਆਫ ਵੇ ਉਸਦਾ ਹੈ ਤੇ ਆਪਾਂ ਨੇ ਜਦੋਂ ਸੇਫ ਹੋਵੇ, ਆਪਣਾ ਰਸਤਾ ਕਲੀਅਰ ਹੋਵੇ ਆਪਾਂ ਉਸੇ ਟਾਈਮ ਰਾਈਟ ਟਰਨ ਲੈ ਸਕਦੇ ਹਾਂ। ਤੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਕਾਰਸ ਆ ਰਹੀਆਂ ਨੇ ਤੇ ਆਪਾਂ ਪਹਿਲਾਂ ਉਹਨਾਂ ਨੂੰ ਨਿਕਲਣ ਦੇਣਾ ਤੇ ਜਦੋਂ ਆਪਾਂ ਨੂੰ ਸੇਫ ਹੋਊਗਾ ਆਪਾਂ ਉਸੇ ਟਾਈਮ ਟਰਨ ਲੈ ਸਕਦੇ ਹਾਂ। ਜਿਵੇਂ ਜੀ ਹੁਣ ਟ੍ਰੈਫਿਕ ਕਲੀਅਰ ਹੈ ਤੇ ਆਪਾਂ ਟਰਨ ਲੈ ਸਕਦੇ ਹਾਂ। ਤੇ ਤੁਸੀਂ ਅਗੇਨ ਟ੍ਰੈਫਿਕ ਸਪੀਡ ਲਿਮਿਟ ਦਾ ਬਹੁਤ ਧਿਆਨ ਰੱਖਣਾ ਜੀ। ਜਿੰਨੀ ਸਪੀਡ ਲਿਮਿਟ ਹੈ ਆਪਾਂ ਉਨੀ ਤੇ ਹੀ ਡਰਾਈਵ ਕਰਨੀ ਹੈ ਕਾਰ। ਹੁਣ ਮੰਨ ਲਓ ਆਪਾਂ ਨੂੰ ਇੰਸਟ੍ਰਕਟਰ ਨੇ ਕਿਹਾ ਕਿ ਆਪਾਂ ਇੱਥੋਂ ਲੈਫਟ ਟਰਨ ਸਿਗਨਲ ਲੈਣਾ ਹੈ ਜੀ। ਸਭ ਤੋਂ ਪਹਿਲਾਂ ਇੰਡੀਕੇਟਰ ਔਨ, ਮਿਰਰ ਚੈੱਕ, ਓਵਰ ਦੀ ਸ਼ੋਲਡਰ ਚੈੱਕ ਤੇ ਆਪਾਂ ਨੂੰ ਜਦੋਂ ਸੇਫ ਲੱਗੇ ਆਪਾਂ ਲੇਨ ਦੇ ਵਿੱਚ ਮਰਜ ਹੋ ਜਾਣਾ ਹੈ ਜੀ ਲੈਫਟ ਟਰਨ ਲੈਣ ਲਈ। ਤੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਡੈਡੀਕੇਟਿਡ ਲੈਫਟ ਟਰਨ ਸਿਗਨਲ ਨਹੀਂ ਹੈ, ਮਤਲਬ ਕਿ ਜਦੋਂ ਰਸਤਾ ਕਲੀਅਰ ਹੋਊਗਾ ਸਾਹਮਣੇ ਆਪਾਂ ਉਸੇ ਟਾਈਮ ਲੈਫਟ ਲੈ ਸਕਦੇ ਹਾਂ। ਜਿਵੇਂ ਹੁਣ ਟ੍ਰੈਫਿਕ ਰੁਕ ਗਿਆ ਤਾਂ ਆਪਾਂ ਲੈਫਟ ਲੈ ਸਕਦੇ ਹਾਂ। ਤੇ ਤੁਸੀਂ ਮੇਕ ਸ਼ੋਰ ਕਰਨਾ ਕਿ ਜਦੋਂ ਵੀ ਤੁਸੀਂ ਲੈਫਟ ਟਰਨ ਲੈ ਰਹੇ ਹੋ ਤਾਂ ਤੁਸੀਂ ਹਮੇਸ਼ਾ ਜਿਹੜੀ ਸਭ ਤੋਂ ਲੈਫਟ ਮੋਸਟ ਲੇਨ ਹੈ ਉਸੇ ਵਿੱਚ ਲੈਫਟ ਟਰਨ ਲੈਣਾ ਹੈ। ਤੁਸੀਂ ਲੇਨ ਚੇਂਜ ਨਹੀਂ ਕਰ ਸਕਦੇ ਜੀ ਲੈਫਟ ਟਰਨ ਲੈਂਦੇ ਹੋਏ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਇੰਸਟ੍ਰਕਟਰ ਹੈ ਉਹ ਫੇਲ ਕਰ ਸਕਦਾ ਹੈ ਜੀ। ਹੁਣ ਜੀ ਆਪਾਂ ਸਾਹਮਣੇ ਵਾਲੇ ਟ੍ਰੈਫਿਕ ਸਿਗਨਲ ਤੋਂ ਰਾਈਟ ਟਰਨ ਲਵਾਂਗੇ। ਪਹਿਲਾਂ ਆਪਾਂ ਇੰਡੀਕੇਟਰ ਔਨ, ਮਿਰਰ ਚੈੱਕ, ਓਵਰ ਦੀ ਸ਼ੋਲਡਰ ਚੈੱਕ ਤੇ ਆਪਾਂ ਰਾਈਟ ਲੇਨ ਦੇ ਵਿੱਚ ਆ ਜਾਣਾ ਹੈ ਜੀ। ਉਸ ਤੋਂ ਬਾਅਦ ਅਗੇਨ ਇਹ ਯੀਲਡ ਸਾਈਨ ਹੈ। ਯੀਲਡ ਸਾਈਨ ਦਾ ਮਤਲਬ ਕਿ ਰਾਈਟ ਆਫ ਵੇ ਜਿਹੜਾ ਆਪਣੇ ਤੋਂ ਇਸ ਡਾਇਰੈਕਸ਼ਨ 'ਚ ਜਿਹੜਾ ਵੀ ਟ੍ਰੈਫਿਕ ਆ ਰਿਹਾ ਹੈ ਉਸਦਾ ਰਾਈਟ ਆਫ ਵੇ ਹੈ। ਤੇ ਜਦੋਂ ਟ੍ਰੈਫਿਕ ਕਲੀਅਰ ਹੈ ਆਪਾਂ ਉਸੇ ਟਾਈਮ ਟਰਨ ਲੈ ਸਕਦੇ ਹਾਂ। ਤੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਵੀ ਟ੍ਰੈਫਿਕ ਨਹੀਂ ਆ ਰਿਹਾ, ਆਪਾਂ ਨੇ ਰਾਈਟ ਟਰਨ ਲੈ ਲੈਣਾ ਹੈ ਜੀ। ਤੇ ਤੁਸੀਂ ਆ ਸਪੀਡ ਲਿਮਿਟ ਦਾ ਬਹੁਤ ਧਿਆਨ ਰੱਖਣਾ। ਜਿਵੇਂ ਹੁਣ ਇੱਥੇ ਮੈਕਸਿਮਮ ਸਪੀਡ 80 ਲਿਖਿਆ ਹੋਇਆ ਤੇ ਆਪਾਂ ਨੇ ਜਿੰਨੀ ਮੈਕਸਿਮਮ ਸਪੀਡ ਹੈ ਉਨੀ ਹੀ ਮੇਨਟੇਨ ਕਰਕੇ ਰੱਖਣੀ ਹੈ ਆਪਣੇ ਡਰਾਈਵਿੰਗ ਟੈਸਟ ਦੇ ਵਿੱਚ। ਤੇ ਤੁਸੀਂ ਟਰਾਈ ਕਰੋ ਕਿ ਜਿੰਨਾ ਵੱਧ ਤੋਂ ਵੱਧ ਸਕੈਨ ਕਰ ਸਕਦੇ ਹੋ। ਮੀਨਸ ਮਿਰਰਸ ਚੈੱਕ ਕਰਦੇ ਰਹੋ, ਰੀਅਰ ਵਿਊ ਮਿਰਰ ਚੈੱਕ ਕਰਦੇ ਰਹੋ। ਇਸ ਨਾਲ ਕੀ ਹੁੰਦਾ ਕਿ ਜਿਹੜਾ ਇੰਸਟ੍ਰਕਟਰ ਹੁੰਦਾ ਉਸ ਨੂੰ ਤੁਹਾਡੇ 'ਤੇ ਕੌਨਫੀਡੈਂਸ ਆ ਜਾਂਦਾ ਹੈ। ਹੁਣ ਜਿਵੇਂ ਸਾਹਮਣੇ ਰੈੱਡ ਲਾਈਟ ਹੈ ਜੀ, ਤੇ ਜਦੋਂ ਵੀ ਤੁਸੀਂ ਰੈੱਡ ਲਾਈਟ 'ਤੇ ਸਟਾਪ ਕਰਨਾ ਤਾਂ ਤੁਸੀਂ ਮੇਕ ਸ਼ੋਰ ਕਰੋ ਕਿ ਤੁਸੀਂ ਇੰਨਾ ਡਿਸਟੈਂਸ ਮੇਨਟੇਨ ਕਰਕੇ ਰੱਖੋ
ਕਿ ਤੁਹਾਡੇ ਕੋਲ ਇਨਫ ਟਾਈਮ ਹੈ ਬ੍ਰੇਕ ਲਗਾਉਣ ਲਈ, ਤੇ ਤੁਸੀਂ ਪਿੱਛੋਂ ਹੀ ਸਪੀਡ ਸਲੋ ਕਰਨੀ ਸਟਾਰਟ ਕਰ ਦਿਓ ਆਪਣੀ। ਤੇ ਨਾਲੇ ਮੇਕ ਸ਼ੋਰ ਕਰੋ ਕਿ ਤੁਸੀਂ ਰੀਅਰ ਵਿਊ ਮਿਰਰ ਚੈੱਕ ਜ਼ਰੂਰ ਕਰੋ। ਤੇ ਤੁਸੀਂ ਜਦੋਂ ਵੀ ਕਾਰ ਰੋਕਣੀ ਹੈ ਤਾਂ ਤੁਸੀਂ ਇੰਨਾ ਡਿਸਟੈਂਸ ਮੇਨਟੇਨ ਕਰਕੇ ਰੱਖੋ ਕਿ ਤੁਹਾਨੂੰ ਜਿਹੜੀ ਤੁਹਾਡੇ ਤੋਂ ਅੱਗੇ ਕਾਰ ਹੈ ਉਸ ਦੇ ਟਾਇਰਸ ਵਿਜ਼ੀਬਲ ਹੋਣ। ਹੁਣ ਮੰਨ ਲਓ ਜੀ ਆਪਾਂ ਨੂੰ ਇੰਸਟ੍ਰਕਟਰ ਨੇ ਕਿਹਾ ਕਿ ਆਪਾਂ ਐਂਟਰੈਂਸ ਤੋਂ ਹਾਈਵੇ ਤੇ ਮਰਜ ਹੋ ਜਾਣਾ ਹੈ, ਤਾਂ ਆਪਾਂ ਪਹਿਲਾਂ ਸਿਗਨਲ ਔਨ ਕਰੋ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ। ਤੇ ਤੁਸੀਂ ਜਿਹੜੇ ਹੈਗਾ ਰੈਂਪ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿੰਨੀ ਸਪੀਡ ਦਿੱਤੀ ਹੋਈ ਹੈ, ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ 70 ਦੀ ਸਪੀਡ ਹੈ, ਤਾਂ ਆਪਾਂ ਜਦੋਂ ਮਰਜ ਹੋਣਾ ਤਾਂ ਆਪਾਂ ਨੂੰ 70 ਸਪੀਡ ਤੇ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ ਕਾਰ ਦੀ ਸਪੀਡ। ਤੇ ਜਦੋਂ ਤੁਸੀਂ ਹਾਈਵੇ ਤੇ ਮਰਜ ਹੋਣ ਲੱਗਦੇ ਹੋ ਤਾਂ ਤੁਹਾਨੂੰ ਕਾਰ ਦੀ ਸਪੀਡ ਇਨਕਰੀਜ਼ ਕਰ ਲੈਣੀ ਚਾਹੀਦੀ ਹੈ। ਹਾਈਵੇ ਦੀ ਸਪੀਡ ਹੈ ਆਪਾਂ ਉਨੀ ਹਾਈਵੇ ਦੀ ਸਪੀਡ ਮੇਨਟੇਨ ਕਰਨੀ ਹੈ ਹਾਈਵੇ ਤੇ ਜੀ। ਯੂਜਲੀ ਕੈਨੇਡਾ ਦੇ ਵਿੱਚ ਸਪੈਸ਼ਲੀ ਓਨਟਾਰੀਓ ਦੇ ਵਿੱਚ ਜਿਹੜੀ ਹਾਈਵੇ ਦੀ ਸਪੀਡ ਹੁੰਦੀ ਹੈ ਉਹ 100 ਕਿਲੋਮੀਟਰਸ ਹੁੰਦੀ ਹੈ ਜਾਂ 80 ਕਿਲੋਮੀਟਰਸ ਹੁੰਦੀ ਹੈ। ਤਾਂ ਤੁਸੀਂ ਮੇਕ ਸ਼ੋਰ ਕਰੋ ਕਿ ਜਦੋਂ ਵੀ ਤੁਸੀਂ ਹਾਈਵੇ ਵਿੱਚ ਮਰਜ ਕਰਦੇ ਹੋ ਤਾਂ ਤੁਸੀਂ ਆਪਣੇ ਰਾਈਟ ਹੈਂਡ ਸਾਈਡ ਤੇ ਜ਼ਰੂਰ ਚੈੱਕ ਕਰੋ ਕਿ ਜਿਸ ਹਾਈਵੇ ਤੇ ਤੁਸੀਂ ਮਰਜ ਕਰ ਰਹੇ ਹੋ ਤਾਂ ਉਸ ਦੀ ਸਪੀਡ ਲਿਮਿਟ ਕਿੰਨੀ ਹੈ, ਤੇ ਤੁਸੀਂ ਉਨੀ ਹੀ ਸਪੀਡ ਲਿਮਿਟ ਮੇਨਟੇਨ ਕਰਕੇ ਰੱਖਣੀ ਹੈ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਤੁਸੀਂ ਰਾਈਟ ਲੇਨ ਦੇ ਵਿੱਚ ਹੀ ਡਰਾਈਵ ਕਰੋ, ਕਿਉਂਕਿ ਜਿਹੜੀ ਲੈਫਟ ਲੇਨ ਹੁੰਦੀ ਆ ਉਹ ਯੂਜਲੀ ਓਵਰਟੇਕਿੰਗ ਲਈ ਹੁੰਦੀ ਹੈ ਜੀ। ਤੇ ਸਪੈਸ਼ਲੀ ਹਾਈਵੇ ਤੇ ਤੁਸੀਂ ਸਫੀਸ਼ੀਐਂਟ ਡਿਸਟੈਂਸ ਮੇਨਟੇਨ ਕਰੋ ਆਪਣੇ ਤੋਂ ਅੱਗੇ ਵਾਲੀ ਕਾਰ ਦੇ ਨਾਲ, ਕਿਉਂਕਿ ਜੇ ਬ੍ਰੇਕ ਲੱਗਦੀ ਹੈ ਤਾਂ ਤੁਹਾਡੇ ਕੋਲ ਇਨਫ ਰਿਐਕਸ਼ਨ ਟਾਈਮ ਹੋਣਾ ਚਾਹੀਦਾ ਕਿ ਤੁਸੀਂ ਬ੍ਰੇਕ ਲਗਾ ਸਕੋ। ਤੇ ਹੁਣ ਇਮੈਜਿਨ ਕਰੋ ਕਿ ਆਪਾਂ ਨੂੰ ਇੰਸਟ੍ਰਕਟਰ ਨੇ ਕਿਹਾ ਕਿ ਆਪਾਂ ਨੈਕਸਟ ਵਾਲਾ ਐਗਜ਼ਿਟ ਲੈ ਲੈਣਾ ਹੈ ਜੀ। ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਿਗਨਲ ਔਨ ਕਰੋ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ, ਤੇ ਜਦੋਂ ਸੇਫ ਹੈ ਤਾਂ ਤੁਸੀਂ ਰਾਈਟ ਲੇਨ ਦੇ ਵਿੱਚ ਮਰਜ ਹੋ ਜਾਓ। ਅਗੇਨ ਤੁਸੀਂ ਸਪੀਡ ਲਿਮਿਟ ਦਾ ਧਿਆਨ ਰੱਖਣਾ ਕਿ ਰੈਂਪ ਤੇ ਕਿੰਨੀ ਹੈ। ਜਿਵੇਂ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਸ ਰੈਂਪ ਦੀ ਸਪੀਡ 60 ਹੈ, ਤੇ ਆਪਾਂ ਕਾਰ ਦੀ ਸਪੀਡ ਸਲੋ ਕਰਕੇ 60 ਕਰ ਲੈਣੀ ਹੈ ਜੀ। ਤੇ ਇਸ ਤਰ੍ਹਾਂ ਆਪਾਂ ਹਾਈਵੇ ਤੋਂ ਐਗਜ਼ਿਟ ਲੈ ਲੈਣਾ ਹੈ ਜੀ। ਇੰਨਾ ਜ਼ਿਆਦਾ ਔਖਾ ਨਹੀਂ ਹੁੰਦਾ, ਸੋ ਤੁਸੀਂ ਪਲੀਜ਼ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰ ਸਕਦੇ ਹੋ ਉਨੀ ਜ਼ਿਆਦਾ ਕਰੋ, ਕਿਉਂਕਿ ਆਪਣੀ ਕਹਾਵਤ ਵੀ ਹੈ ਹੀ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਹੁਣ ਆਪਾਂ ਅਗੇਨ ਤੁਹਾਨੂੰ ਇੱਕ ਹਾਈਵੇ ਤੇ ਲੈ ਕੇ ਚੱਲਦੇ ਹਾਂ ਜੀ। ਅਗੇਨ ਸਿਗਨਲ, ਮਿਰਰ, ਓਵਰ ਦੀ ਸ਼ੋਲਡਰ, ਤੇ ਤੁਸੀਂ ਦੇਖੋ ਤੇ ਤੁਸੀਂ ਮੇਕ ਸ਼ੋਰ ਕਰੋ ਕਿ ਆਹ ਦੋਨਾਂ ਲਾਈਨਾਂ ਨੂੰ ਟੱਚ ਨਾ ਕਰੋ ਟੈਸਟ ਦੇ ਵਿੱਚ। ਜਦੋਂ ਤੁਸੀਂ ਹਾਈਵੇ 'ਤੇ ਆ ਜਾਂਦੇ ਹੋ ਤਾਂ ਆਪਣੀ ਕਾਰ ਦੀ ਸਪੀਡ ਇਨਕਰੀਜ਼ ਕਰ ਲੈਣੀ ਹੈ, ਤੇ ਆਪਾਂ ਜਿੰਨੀ ਹਾਈਵੇ ਦੀ ਸਪੀਡ ਹੈ ਆਪਾਂ ਉਨੀ ਸਪੀਡ ਤੇ ਹੀ ਆਪਣੀ ਕਾਰ ਦੀ ਸਪੀਡ ਮੇਨਟੇਨ ਰੱਖਣੀ ਹੈ। ਹੁਣ ਆਪਾਂ ਐਗਜ਼ਿਟ ਲਵਾਂਗੇ ਜੀ। ਜਿਵੇਂ ਅਗੇਨ ਇੱਥੇ ਰੈਂਪ ਦੀ ਸਪੀਡ 60 ਹੈ, ਤੇ ਆਪਾਂ 60 ਦੀ ਸਪੀਡ ਤੇ ਹੀ ਐਗਜ਼ਿਟ ਲੈਣਾ ਹੈ ਜੀ। Again, signal, mirror, over the shoulder. ਟੈਸਟ ਦੇ ਵਿੱਚ ਤੁਸੀਂ ਜਿੰਨਾ ਜ਼ਿਆਦਾ ਓਵਰ ਦੀ ਸ਼ੋਲਡਰ ਚੈੱਕ ਕਰੋਗੇ, ਮਿਰਰਸ ਚੈੱਕ ਕਰੋਗੇ, ਤੁਹਾਡੇ ਪਾਸ ਹੋਣ ਦੀ ਪ੍ਰੋਬੇਬਿਲਿਟੀ ਉਨੀ ਜ਼ਿਆਦਾ ਇਨਕਰੀਜ਼ ਹੋ ਜਾਊਗੀ ਜੀ। ਜ਼ਿਆਦਾ ਤੋਂ ਜ਼ਿਆਦਾ ਨੈਕ ਟਰਨ ਕਰਕੇ ਓਵਰ ਦੀ ਸ਼ੋਲਡਰ ਚੈੱਕ ਕਰਨੀ ਆ ਤੇ ਬਲਾਈਂਡ ਸਪੌਟਸ ਚੈੱਕ ਕਰਨੀ ਆ। ਤੁਸੀਂ ਅਵੋਇਡ ਕਰੋ ਕਿ ਸਿਰਫ ਤੁਸੀਂ ਆਈਸ ਘੁਮਾ ਕੇ ਚੈੱਕ ਕਰ ਰਹੇ ਹੋ, ਕਿਉਂਕਿ ਜਿਹੜਾ ਇੰਸਟ੍ਰਕਟਰ ਹੈ ਜਦੋਂ ਤੁਸੀਂ ਆਈਸ ਘੁਮਾ ਕੇ ਬਲਾਈਂਡ ਸਪੌਟਸ ਜਾਂ ਆਪਣਾ ਜਦੋਂ ਵੀ ਤੁਸੀਂ ਆਈਸ ਘੁਮਾ ਕੇ ਚੈੱਕ ਕਰਦੇ ਹੋ ਤਾਂ ਇੰਸਟ੍ਰਕਟਰ ਨੂੰ ਉਨਾ ਜ਼ਿਆਦਾ ਪਤਾ ਨਹੀਂ ਹੁੰਦਾ। ਤੇ ਜਿਵੇਂ ਹੁਣ ਸਾਹਮਣੇ ਰੈੱਡ ਲਾਈਟ ਹੈ, ਜਦੋਂ ਵੀ ਆਪਾਂ ਰੈੱਡ ਲਾਈਟ 'ਤੇ ਸਟਾਪ ਕਰਨਾ ਤਾਂ ਮੇਕ ਸ਼ੋਰ ਕਰਨਾ ਕਿ ਤੁਸੀਂ ਰੀਅਰ ਵਿਊ ਮਿਰਰਸ ਚੈੱਕ ਕਰੋ, ਤੇ ਹਮੇਸ਼ਾ ਆ ਵਾਈਟ ਲਾਈਨ ਤੋਂ ਤੁਸੀਂ ਪਿੱਛੇ ਹੀ ਕਾਰ ਸਟਾਪ ਕਰਨੀ ਹੈ ਜੀ। ਹੁਣ ਆਪਣੀ ਲੇਨ ਚੇਂਜ ਕਰਾਂਗੇ ਤੇ ਆਪਾਂ ਲੈਫਟ ਲੇਨ ਦੇ ਵਿੱਚ ਜਾਵਾਂਗੇ। ਤਾਂ ਪਹਿਲਾਂ ਸਭ ਤੋਂ ਪਹਿਲਾਂ ਸਿਗਨਲ ਔਨ, ਮਿਰਰ ਚੈੱਕ, ਓਵਰ ਦੀ ਸ਼ੋਲਡਰ ਚੈੱਕ, ਤੇ ਜਦੋਂ ਸੇਫ ਹੈ ਤਾਂ ਤੁਸੀਂ ਲੈਫਟ ਲੇਨ 'ਚ ਚੇਂਜ ਕਰ ਸਕਦੇ ਹੋ। ਇੱਥੇ ਜਦੋਂ ਵੀ ਆਪਾਂ ਕਾਰ ਡਰਾਈਵ ਕਰਨੀ ਹੈ ਤਾਂ ਹਮੇਸ਼ਾ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਆਪਣੀ ਹੀ ਲੇਨ ਦੇ ਵਿੱਚ ਰਹਿਣਾ ਹੈ ਜੀ। ਜਿਵੇਂ ਆਹ ਲੇਨਸ ਬਣੀਆਂ ਹੋਈਆਂ ਨੇ ਤਾਂ ਆਪਾਂ ਇਹਨਾਂ ਦੇ ਵਿੱਚ ਹੀ ਡਰਾਈਵ ਕਰਨਾ ਹੈ। ਇੱਥੇ ਸਾਰੇ ਲੋਕੀ ਆਪਣੀ ਆਪਣੀ ਲੇਨ ਦੇ ਵਿੱਚ ਰਹਿੰਦੇ ਨੇ ਤੇ ਕਾਰ ਡਰਾਈਵ ਕਰਨੀ ਇੱਥੇ ਕਾਫੀ ਜ਼ਿਆਦਾ
ਈਜ਼ੀ ਆ ਐਜ਼ ਕੰਪੇਅਰ ਟੂ ਜੇ ਤੁਸੀਂ ਇੰਡੀਆ ਦੇ ਵਿੱਚ ਕਾਰ ਡਰਾਈਵ ਕੀਤੀ ਹੋਈ ਆ। ਤੇ ਓਬਵੀਅਸਲੀ ਜੇ ਤੁਸੀਂ ਤੁਹਾਡੇ ਕੋਲ ਥੋੜ੍ਹਾ ਜਿਹਾ ਵੀ ਐਕਸਪੀਰੀਅੰਸ ਹੈ ਇੰਡੀਆ ਦਾ ਤਾਂ ਤੁਸੀਂ ਇੱਥੇ ਈਜ਼ੀਲੀ ਆਪਣਾ ਟੈਸਟ ਪਾਸ ਕਰ ਸਕਦੇ ਹੋ। ਤੇ ਤੁਸੀਂ ਪਲੀਜ਼ ਮੇਕ ਸ਼ੋਰ ਕਰੋ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ। ਪ੍ਰੈਕਟਿਸ ਨਾਲ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕੌਨਫੀਡੈਂਸ ਮਿਲੂਗਾ ਤੇ ਤੁਹਾਡੇ ਪਾਸ ਹੋਣ ਦੇ ਚਾਂਸਿਸ ਉਨੇ ਹੀ ਜ਼ਿਆਦਾ ਵੱਧ ਜਾਂਦੇ ਨੇ ਜੀ। ਤੇ ਹੁਣ ਆਪਾਂ ਲੈਫਟ ਟਰਨ ਲਵਾਂਗੇ ਤੇ ਪਹਿਲਾਂ ਸਿਗਨਲ ਔਨ, ਮਿਰਰ ਚੈੱਕ, ਓਵਰ ਦੀ ਸ਼ੋਲਡਰ ਚੈੱਕ ਤੇ ਆਪਾਂ ਲੈਫਟ ਲੇਨ ਦੇ ਵਿੱਚ ਆ ਜਾਵਾਂਗੇ ਜੀ। ਹੁਣ ਸਾਹਮਣੇ ਕਾਰਸ ਕਾਫੀ ਦੂਰ ਨੇ, ਟ੍ਰੈਫਿਕ ਬਹੁਤ ਦੂਰ ਆ। ਮੇਕ ਸ਼ੋਰ ਕਰੋ ਕਿ ਪੈਡਿਸਟਰੀਅਨ ਨਾ ਹੋਵੇ ਕੋਈ, ਤੇ ਤੁਸੀਂ ਜਦੋਂ ਵੀ ਸੇਫ ਹੋਏ ਆਪਣਾ ਲੈਫਟ ਟਰਨ ਲੈ ਸਕਦੇ ਹੋ। ਹੁਣ ਆਪਾਂ ਜੀ ਪੈਰਲਲ ਪਾਰ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਪੈਰਲਲ ਪਾਰ ਕਰਨ ਵੇਲੇ ਤੁਸੀਂ ਕਾਰ ਨੂੰ ਆਪਣਾ ਬਿਲਕੁਲ ਪੈਰਲਲ ਲਿਆਓ ਜਿਹੜੀ ਦੇ ਤੁਸੀਂ ਪੈਰਲਲ ਪਾਰ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਰਿਵਰਸ ਗੇਅਰ ਵਿੱਚ ਪਾ ਲਓ, ਇੰਡੀਕੇਟਰ ਔਨ ਕਰ ਲਓ, ਓਵਰ ਦੀ ਸ਼ੋਲਡਰ ਚੈੱਕ ਕਰ ਲਓ ਤੇ ਮੇਕ ਸ਼ੋਰ ਕਰੋ ਕਿ ਜਿਹੜਾ ਕਾਰ ਦਾ ਰੀਅਰ ਐਂਡ ਹੈ ਉਹ ਤੁਹਾਨੂੰ ਆਪਣੇ ਜਿਹੜੀ ਪਿਛਲੀ ਵਿੰਡੋ ਹੈ ਉਸ ਦੇ ਕਾਰਨਰ ਦੇ ਵਿੱਚ ਵਿਜ਼ੀਬਲ ਹੋਵੇ। ਤੇ ਤੁਸੀਂ ਉਸ ਤੋਂ ਬਾਅਦ ਜਿਹੜਾ ਸਟੀਅਰਿੰਗ ਵੀਲ ਹੈ ਉਸ ਨੂੰ ਪੂਰਾ ਰਾਈਟ ਹੈਂਡ ਡਾਇਰੈਕਸ਼ਨ ਦੇ ਵਿੱਚ ਟਰਨ ਕਰ ਲਵੋ ਤੇ ਤੁਸੀਂ ਫਿਰ ਆਪਣੀ ਕਾਰ ਨੂੰ ਰਿਵਰਸ ਕਰਨਾ ਸਟਾਰਟ ਕਰ ਦਿਓ। ਤੇ ਜਦੋਂ ਹੀ ਆਪਣਾ ਜਿਹੜਾ ਮਿਰਰ ਹੈ ਰਾਈਟ ਹੈਂਡ ਮਿਰਰ ਉਹ ਆਪਣੀ ਜਿਹੜੀ ਦੂਜੀ ਕਾਰ ਦੇ ਟੇਲ ਲੈਂਡ ਦੇ ਵਿੱਚ ਪੈਰਲਲ ਹੋ ਜਾਵੇ ਤੇ ਤੁਸੀਂ ਕਾਰ ਨੂੰ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਸਟੀਅਰਿੰਗ ਵੀਲ ਨੂੰ ਲੈਫਟ ਹੈਂਡ ਸਾਈਡ ਦੇ ਵਿੱਚ ਕੱਟ ਲਵੋ ਤੇ ਤੁਸੀਂ ਸਲੋਲੀ ਐਂਡ ਸਟੈਡੀ ਨੂੰ ਕਾਰ ਨੂੰ ਆਪਣੇ ਇਸ ਤਰ੍ਹਾਂ ਤੁਸੀਂ ਪੈਰਲਲ ਪਾਰਕਿੰਗ ਕਰ ਸਕਦੇ ਹੋ। ਹੁਣ ਆਪਾਂ ਜੀ 3 ਪੁਆਇੰਟ ਟਰਨ ਬਾਰੇ ਦੱਸਾਂਗੇ। ਤੇ ਜਦੋਂ ਵੀ ਤੁਸੀਂ 3 ਪੁਆਇੰਟ ਟਰਨ ਲੈਣਾ ਹੈ ਸਭ ਤੋਂ ਪਹਿਲਾਂ ਤਾਂ ਆਪਣਾ ਰਾਈਟ ਇੰਡੀਕੇਟਰ ਔਨ ਕਰ ਲੈਣਾ, ਮਿਰਰ ਚੈੱਕ ਕਰਨਾ, ਓਵਰ ਦੀ ਸ਼ੋਲਡਰ ਚੈੱਕ ਕਰਨਾ ਤੇ ਤੁਸੀਂ ਪਹਿਲਾਂ ਤਾਂ ਜਿਹੜਾ ਕਾਰ ਨੂੰ ਹੈ ਉਹ ਬਿਲਕੁਲ ਰੋਡ ਦੇ ਰਾਈਟ ਹੈਂਡ ਸਾਈਡ ਤੇ ਲੈ ਆਓ। ਉਸ ਤੋਂ ਬਾਅਦ ਤੁਸੀਂ ਜੀ ਆਪਣਾ ਲੈਫਟ ਟਰਨ ਸਿਗਨਲ ਔਨ ਕਰੋ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ ਤੇ ਤੁਸੀਂ ਜਿਹੜਾ ਸਟੀਅਰਿੰਗ ਵੀਲ ਹੈ ਉਸ ਨੂੰ ਬਿਲਕੁਲ ਲੈਫਟ ਹੈਂਡ ਸਾਈਡ ਕੱਟ ਕਰ ਲਓ। ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਹੁਣ ਆਪਾਂ ਕਰਵ ਤੇ ਪਹੁੰਚ ਚੁੱਕੇ ਹਾਂ ਤਾਂ ਰਿਵਰਸ ਦੇ ਵਿੱਚ ਲੈ ਕੇ ਜਾਓ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ ਤੇ ਤੁਸੀਂ ਕਾਰ ਨੂੰ ਰਿਵਰਸ ਕਰ ਲੈਣਾ ਹੈ ਜੀ। ਤੇ ਹੁਣ ਅਗੇਨ ਤੁਸੀਂ ਡਰਾਈਵ ਮੋਡ ਦੇ ਵਿੱਚ ਲੈ ਕੇ ਜਾਓ, ਆਪਣਾ ਸਿਗਨਲ ਔਨ ਕਰੋ, ਮਿਰਰ ਚੈੱਕ ਕਰੋ, ਓਵਰ ਦੀ ਸ਼ੋਲਡਰ ਚੈੱਕ ਕਰੋ ਤੇ ਤੁਸੀਂ ਇਸ ਤਰ੍ਹਾਂ ਈਜ਼ੀਲੀ 3 ਪੁਆਇੰਟ ਟਰਨ ਲੈ ਲੈਣਾ ਹੈ ਜੀ। ਹੁਣ ਜੀ ਆਪਾਂ ਤੁਹਾਨੂੰ ਦੱਸਦੇ ਆ ਫਾਰਵਰਡ ਪਾਰਕਿੰਗ ਜਦੋਂ ਵੀ ਆਪਾਂ ਲੈਣੀ ਆ ਤਾਂ ਆਪਾਂ ਜਿਹੜੇ ਪਾਸੇ ਪਾਰਕਿੰਗ ਲਗਾਉਣੀ ਆ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਪਣੀ ਮੈਕਸਿਮਮ ਕਾਰ ਕਰ ਲੈਣੀ ਆ। ਹੁਣ ਫੋਰ ਇੰਸਟੈਂਸ ਆਪਾਂ ਉਹ ਵਾਲੀ ਪਾਰਕਿੰਗ ਦੇ ਵਿੱਚ ਲਗਾਉਂਦੇ ਆ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਵਾ ਕਿ ਜਿਹੜੀ ਹੈਗੀ ਆ ਆਪਾਂ ਨੂੰ ਆਪਣਾ ਜਿਹੜਾ ਸ਼ੋਲਡਰ ਆ ਉਹ ਮਿਡਲ ਆਫ ਉਸ ਤੋਂ ਇੱਕ ਪਹਿਲਾ ਪਾਰਕਿੰਗ ਸਪੌਟ ਦੇ ਮਿਡਲ ਦੇ ਵਿੱਚ ਲਾਈਨ ਕਰ ਲੈਣਾ। ਉਸ ਤੋਂ ਬਾਅਦ ਆਪਾਂ ਨੇ ਜੀ ਇੰਡੀਕੇਟਰ ਲਗਾ ਦੇਣਾ, ਬਲਾਈਂਡ ਸਪੌਟ ਚੈੱਕ ਕਰ ਲੈਣੀ ਆ ਤੇ ਉਸ ਤੋਂ ਬਾਅਦ ਪੂਰਾ ਸਟੀਅਰਿੰਗ ਵੀਲ ਜਿਹੜਾ ਹੈਗਾ ਉਸ ਡਾਇਰੈਕਸ਼ਨ ਦੇ ਵਿੱਚ ਕੱਟ ਕਰ ਦੇਣਾ। ਤੇ ਜਦੋਂ ਹੀ ਤੁਹਾਡੀ ਕਾਰ ਸਿੱਧੀ ਹੋ ਗਈ ਤਾਂ ਤੁਸੀਂ ਆਪਣਾ ਜਿਹੜਾ ਸਟੀਅਰਿੰਗ ਵੀਲ ਆ ਉਹ ਸਿੱਧਾ ਕਰ ਲੈਣਾ। ਇਹ ਤਾਂ ਹੈਗੀ ਜੀ ਫਾਰਵਰਡ ਪਾਰਕਿੰਗ ਸਿੰਪਲ। ਇਸੇ ਤਰ੍ਹਾਂ ਜਿਹੜੀ ਹੈਗੀ ਰਿਵਰਸ ਪਾਰਕਿੰਗ। ਹੁਣ ਆਪਾਂ ਤੁਹਾਨੂੰ ਰਿਵਰਸ ਪਾਰਕਿੰਗ ਲਗਾਉਣ ਬਾਰੇ ਦੱਸਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਪਾਰਕਿੰਗ ਸਪੌਟਸ ਤੁਸੀਂ ਲਗਾਉਣਾ ਉਸ ਤੋਂ ਆਪਾਂ 2 ਸਪੌਟਸ ਅੱਗੇ ਆ ਜਾਓ ਤੇ ਆਪਣਾ ਜਿਹੜਾ ਹੈਗਾ ਵਾ ਸ਼ੋਲਡਰ ਉਹ ਮਿਡਲ ਆਫ ਇਸ ਦੇ ਮਿਡਲ ਦੇ ਵਿੱਚ ਆਪਣਾ ਸ਼ੋਲਡਰ ਅਲਾਈਨ ਕਰ ਲੈਣਾ। ਆਪਾਂ ਰਿਵਰਸ ਦੇ ਵਿੱਚ ਪਾ ਲੈਣੀ ਕਾਰ, ਇੰਡੀਕੇਟਰ ਔਨ ਕਰ ਲੈਣਾ, ਓਵਰ ਦੀ ਸ਼ੋਲਡਰ ਬਲਾਈਂਡ ਸਪੌਟ ਚੈੱਕ ਕਰ ਲੈਣੀ ਕਿ ਕੋਈ ਹੈ ਤਾਂ ਨਹੀਂ। ਉਸ ਤੋਂ ਬਾਅਦ ਤੁਸੀਂ ਕਾਰ ਨੂੰ ਪੂਰਾ ਟਰਨ ਕਰ ਲੈਣਾ ਵਾ ਤੇ ਜਦੋਂ ਤੁਹਾਡੀ ਕਾਰ ਸਿੱਧੀ ਹੋ ਗਈ ਤਾਂ ਤੁਸੀਂ ਆਪਣਾ ਜਿਹੜਾ ਸਟੀਅਰਿੰਗ ਵੀਲ ਉਹ ਵੀ ਸਿੱਧਾ ਕਰ ਲੈਣਾ, ਪਾਰਕਿੰਗ ਸਪੌਟਸ ਲਗਾ ਦੇਣਾ। ਉਸ ਤੋਂ ਬਾਅਦ ਤੁਸੀਂ ਪਾਰਕਿੰਗ 'ਚ ਲਗਾ ਦੇਣੀ ਕਾਰ। ਹਾਂਜੀ, ਤੇ ਇਹ ਸੀਗੇ ਜੀ ਸਿੰਪਲ ਰੂਲਸ ਆਫ ਡਰਾਈਵਿੰਗ ਇਨ ਕੈਨੇਡਾ। ਤੇ ਸਾਡੀ ਰეკਮੈਂਡੇਸ਼ਨ ਇਹੀ ਆ ਕਿ ਜੇ ਤੁਸੀਂ ਸਿੱਧਾ ਜੀ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਿੱਧਾ ਜੀ ਦੇਣ ਦੀ ਟਰਾਈ ਕਰੋ। ਤੁਸੀਂ ਬੀ ਕੌਨਫੀਡੈਂਟ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ। ਜੇ ਤੁਹਾਨੂੰ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਅਸੀਂ ਉਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰਾ ਪਰਸਨਲ ਐਕਸਪੀਰੀਅੰਸ ਹੈ ਜੀ, ਮੈਂ ਵੀ ਸਿੱਧਾ G1 ਤੋਂ G ਦਿੱਤਾ ਸੀ ਤੇ ਪਹਿਲੀ ਟਰਾਈ ਵਿੱਚ ਪਾਸ ਕਰ ਗਿਆ ਸੀ। ਤੇ ਈਵਨ ਜਿਹੜੇ ਮੇਰੇ ਫਰੈਂਡਸ ਨੇ ਉਹਨਾਂ ਨੇ ਵੀ G1 ਤੋਂ ਸਿੱਧਾ G ਦਿੱਤਾ, ਉਹਨਾਂ ਨੇ ਵੀ ਸਾਰਾ ਨੇ ਕਲੀਅਰ ਕਰ ਲਿਆ। ਆਬਵੀਅਸਲੀ ਜੇ ਆਪਾਂ ਇੰਡੀਆ 'ਚ ਕਾਰ ਚਲਾਈ ਆ ਤਾਂ ਇੱਥੇ ਆ ਕੇ ਕਾਰ ਚਲਾਉਣਾ
ਬਹੁਤ ਜ਼ਿਆਦਾ ਈਜ਼ੀ ਆ। ਅਸੀਂ ਤੁਹਾਨੂੰ ਹਾਈਲੀ ਰეკਮੈਂਡ ਕਰਾਂਗੇ ਤਾਂ ਤੁਸੀਂ ਸਿੱਧਾ ਜਾ ਕੇ ਜੀ ਦਵੋ। ਇਸ ਨਾਲ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਕਿ ਕਾਫੀ ਜ਼ਿਆਦਾ ਬੈਨੀਫਿਟਸ ਨੇ ਆਪਣੇ ਕੋਲ ਜੇ ਸਿੱਧਾ ਜੀ ਲਾਇਸੈਂਸ ਹੈ। ਜਿਵੇਂ ਕਿ ਤੁਹਾਨੂੰ ਕਈ ਵਾਰ ਤਾਂ ਕਈ ਜਗ੍ਹਾ ਤੇ ਜੌਬ ਦੇ ਵਿੱਚ ਸਪੈਸ਼ਲੀ ਪ੍ਰੈਫਰੈਂਸ ਹੁੰਦੀ ਹੈ ਕਿ ਜਿਨ੍ਹਾਂ ਦੇ ਕੋਲ ਜੀ ਲਾਇਸੈਂਸ ਆ ਉਹਨਾਂ ਨੂੰ ਫਸਟ ਪ੍ਰੈਫਰੈਂਸ ਮਿਲਦੀ ਆ। ਇਸ ਦੇ ਨਾਲ ਕੀ ਹੈ, ਤੁਹਾਡੀ ਇੰਸ਼ੋਰੈਂਸ ਵੀ ਘੱਟ ਹੁੰਦੀ ਹੈ ਜੇ ਤੁਹਾਡੇ ਕੋਲ ਜੀ ਲਾਇਸੈਂਸ ਹੈ, ਤੇ ਹੋਰ ਵੀ ਜਿਵੇਂ ਅਸੀਂ ਤੁਹਾਨੂੰ ਬੈਨੀਫਿਟਸ ਦੱਸੇ ਉਸ ਤੁਸੀਂ ਸਾਰੇ ਬੈਨੀਫਿਟਸ ਅਵੇਲ ਕਰ ਸਕਦੇ ਹੋ। ਸੋ ਪਲੀਜ਼ ਬੀ ਕੌਨਫੀਡੈਂਟ ਐਂਡ ਤੁਸੀਂ ਸਿੱਧਾ ਜਾ ਕੇ ਜੀ ਟਰਾਈ ਕਰੋ। ਤੇ ਜੇ ਨਹੀਂ ਹੋਇਆ ਤਾਂ ਇਟਸ ਨਾਟ ਦੀ ਐਂਡ ਆਫ ਦ ਵਰਲਡ, ਤੁਸੀਂ ਅੱਗੇ ਜਾ ਕੇ ਫੇਰ ਅਗੇਨ G2 ਤੋਂ ਸਟਾਰਟ ਕਰ ਸਕਦੇ ਹੋ। ਤੇ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਸਿੱਧਾ ਜਾ ਕੇ ਜੀ ਦਵੋ। ਇੱਥੇ ਕਾਰ ਚਲਾਉਣੀ ਬਹੁਤ ਸੌਖੀ ਹੈ ਜੀ। ਜੇ ਤੁਹਾਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਨੂੰ ਪਲੀਜ਼ ਦੱਸੋ, ਅਸੀਂ ਉਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਲੋ ਚੰਗਾ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ ਫॉर योर टाइम। स्टे सेफ, स्टे हेल्दी, लव फ्रॉम कैनेडा।